विचार लगाम पहरामो, सगल तजीन गगन दौरामो। अपने विचार असवारी कीजै, सहज के पामड़े पग थर लीजै। रहाओ चल रे बैकुंठ तुझे ले तारो, हिचै ता प्रेम के चाबुक मारो। कहत कबीर भले असवारा, वेद कतेब ते रहे निरारा। वाहिगुरु जी का खालसा, वाहिगुरु जी की फतेह। भगत जी ने अपार किरपा की है। आखिया ये साडा मन घोड़े की न्याई है। इस मन रूपी घोड़े नूं आपां ने चंगे पासे तोरना, पर इहदा सुभाव ऐसा है कि ये चंगे पासे तुर के राजी नहीं। बाणी विच लिखिया है कि बुरे काम को ऊट खलोया, नाम की बेला पै पै सोया। मन गलत पासे तुरन नहीं तैयार। मिसाल दिती है घोड़े की। घोड़े के मूँह विच लगाम ना होवे फिर घोड़ा अपनियां मनमर्जियां करदा, ते जिहड़ा मनमर्जी करन वाला घोड़ा है वो सवार दा हमेशा नुकसान करदा। पता नहीं किहड़े खूह खाते भी सुटदे। इसलिए घोड़े नूं मुहारी पाई जाती, लगाम पैराई जाती। ये गल आम तुसी देखते हो। मैनू अपना बचपन याद है, साडे गुआंढ एक टांगियां वाले रहिंदे सन, ते टांगियां वालियां दा घोड़े नाल वाह पैंदा। वो जदों कोई नवां घोड़ा लियाउंदे उन्होंने फिर टांगे विच जाउण तो पहलां उन्होंने दौड़ लवांदे, और जदों उसनूं टांगे विच जाउंदे वो तुरन तो अड़ी करदा सी। उन्हें तुरना ना, पर जिहड़ा कोचवान हुंदा है उन्होंने पता है उसके सुभाव दा भी इन्हें तुरना नहीं। वो फिर उसके मूँह विच लगाम दे के हथ विच छांटा फड़ लैंदा। वो फिर दलत्तियां मारदा। कई बारी देखण वालियां नूं इउं लगना भी ये टांगा ही ना तोड़ देवे, पर कोचवान नूं पता हुंदा है कि इसने सब हरकतां करनियां। वो लगाम भी फड़ी रखदा ते चाबक भी लाई जांदा। कुछ समय की मेहनत तो बाद उही घोड़ा ते उही टांगा फिर वो टिप टिप करके तुरन लग पैंदा। मतलब वो अड़ी करनी भी छड़ दिंदा, ते फिर उही घोड़ा टांगे नूं खिच के सवारियां नूं खिच के दूर दरेडे लै जांदा। सचमुच परमात्मा ने साडे इस शरीर रूपी टांगे दे अगे मन रूपी घोड़ा जोया। कबीर जी कहते ने इस नूं काबू रखना बड़ा जरूरी। ते काबू रखने का तरीका की है? अपने विचार असवारी कीजै। असी दूजियां दियां गल्लां बहुत करते, फलाने ने यह किया, फलाने ने यह किया, ਉਹਦੇ बच्चे ने किया, ਉਹਦੀ ਧੀ ने इउं करी।
ਪਰ ਭਗਤ ਜੀ ਕਹਿੰਦੇ ਨੇ ਜੇ ਤੁਸੀਂ ਸਹੀ ਤੌਰ ਤੇ ਅਸਵਾਰੀ ਕਰਨੀ ਹੈ, ਮੰਜ਼ਿਲ ਤੇ ਪਹੁੰਚਣਾ, ਫਿਰ ਆਪਣੇ ਵਿਚਾਰ ਕੀ ਹੈ? ਆਪਣੇ ਸਰੂਪ ਨੂੰ ਜਾਣਨਾ। ਤੂੰ ਆਇਆ ਕਾਹਦੇ ਲਈ? ਤੇਰੇ ਜੀਵਨ ਦਾ ਮਕਸਦ ਕੀ? ਬਾਣੀ ਵਿੱਚ ਹਰ ਗੱਲ ਸਮਝਾਈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ, ਸਭ ਮੁਕਦੀ ਚੱਲੀ ਰਹਿਣ। ਇਹ ਹੈ ਆਪਣੇ ਅੰਦਰ ਆਪ ਵਿਚਾਰ ਕਰ, ਆਪਣੇ ਬਾਰੇ ਆਪ ਸੋਚਣਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਅਸੀਂ ਕਦੇ ਆਪਣੇ ਅੰਦਰ ਵਿਚਾਰ ਨਹੀਂ ਕਰਦੇ। ਲੋਕੀ ਇਉਂ ਕਹਿੰਦੇ ਨੇ ਜੀ, ਲੋਕਾਂ ਨੇ ਇਉਂ ਕਿਹਾ ਜੀ, ਲੋਕਾਂ ਦੇ ਪਿੱਛੇ ਲੱਗ। ਭਗਤ ਜੀ ਕਹਿੰਦੇ ਨੇ ਜੇ ਤੁਸੀਂ ਆਪਣੇ ਜੀਵਨ ਨੂੰ ਸਫਲ ਕਰਨਾ, ਜੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ, ਫਿਰ ਮੇਰੀ ਸਲਾਹ ਮੰਨੋ, ਲੋਕਾਂ ਵੱਲ ਵੇਖਣਾ ਛੱਡ ਦਿਓ। ਆਪਣੇ ਵਿਚਾਰ ਦੇ ਲਾਰੇ ਨੂੰ ਸਿਆਰੀਏ, ਆਪਣੇ ਆਪ ਦੀ ਵਿਚਾਰ ਕਰੋ। ਜਿਵੇਂ ਫਰੀਦ ਜੀ ਨੇ ਕਿਹਾ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ। ਆਪ ਨੜੇ ਗਿਰੀਵਾਨ ਮੈਂ, ਸਿਰ ਨੀਵਾਂ ਕਰ ਦੇਖ। ਕਿਆ ਸੁੰਦਰ ਪ੍ਰੇਰਨਾ। ਲਤੀਫ ਸ਼ਬਦ ਔਖਾ। ਲਤੀਫ ਕਹਿੰਦੇ ਨੇ ਬਰੀਕ ਬੁੱਧੀ ਵਾਲੇ ਨੂੰ। ਹੇ ਬੰਦੇ ਜੇ ਤੂੰ ਅਕਲ ਲਤੀਫ ਹੈ, ਬਰੀਕ ਅਕਲ ਦਾ ਮਾਲਕ ਹੈ, ਹਰ ਚੀਜ਼ ਨੂੰ ਲੱਭ ਸਕਦਾ, ਫਿਰ ਕਾਲੇ ਲੇਖਣਾ ਲੇਖ, ਫਿਰ ਭੈੜੇ ਕੰਮ ਨਾ ਕਰ। ਤੇ ਭੈੜੇ ਕੰਮਾਂ ਤੋਂ ਬਚਣ ਦਾ ਤਰੀਕਾ ਕੀ ਹੈ? ਆਪ ਨੜੇ ਗਿਰੀਵਾਨ ਮੈਂ, ਸਿਰ ਨੀਵਾਂ ਕਰ ਦੇਖ। ਆਪਣੇ ਗਿਰੀਵਾਨ, ਆਪਣੇ ਗਲਮੇ ਵਿੱਚ, ਆਪਣੇ ਅੰਦਰ ਵਿਚਾਰ ਕੀਤੇ। ਆਮ ਤੌਰ ਤੇ ਇਹ ਮੁਹਾਵਰਾ ਵਰਤਿਆ ਜਾਂਦਾ। ਜਦੋਂ ਕੋਈ ਬੰਦਾ ਦੂਜਿਆਂ ਦੀਆਂ ਗੱਲਾਂ ਕਰੇ ਤੇ ਸਿਆਣੇ ਕਹਿੰਦੇ ਬਈ ਤੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰ, ਤੂੰ ਆਪਣੇ ਬਾਰੇ ਵੇਖ। ਇਸੇ ਤਰ੍ਹਾਂ ਫਰੀਦ ਜੀ ਨੇ ਕਿਹਾ, ਇਸੇ ਤਰ੍ਹਾਂ ਬਾਬਾ ਨਾਨਕ ਜੀ ਵੀ ਕਹਿੰਦੇ ਨੇ, ਪਿਆਰਿਓ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਸਾਰੇ ਮਹਾਂਪੁਰਖਾਂ ਨੇ ਇਹੀ ਪ੍ਰੇਰਨਾ ਕੀਤੀ। ਭਾਈ ਆਪਣੇ ਵਿਚਾਰ ਅਸਵਾਰੀ ਕੀਜੈ, ਆਪਣੇ ਬਾਰੇ ਆਪ ਸੋਚੋ, ਆਪਣੇ ਸਰੂਪ ਦੀ ਆਪ ਪੜਤੋਲ ਕਰੋ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਸਾਨੂੰ ਤੇ ਗੁਰੂ ਨੇ ਆਖਿਆ ਸੀ ਵੀ ਤੁਸੀਂ ਸਵੇਰੇ ਉੱਠ ਕੇ ਨਿਤਨੇਮ ਕਰੋ, ਸ਼ਾਮ ਸੰਧਿਆ ਵੇਲੇ ਸੌ ਦਾ ਰਹਿਰਾਸ ਦਾ ਪਾਠ ਕਰੋ, ਰਾਤੀ ਸੌਣ ਲੱਗਿਆਂ ਸੋਹਲੇ ਦਾ ਪਾਠ ਕਰੋ। ਤੇ ਸਿਆਣੇ ਬੰਦਿਆਂ ਕੋਲੋਂ ਸੁਣਿਆ ਕਿ ਆਪਣੇ ਸਾਰੇ ਦਿਨ ਦੀ ਕੀਤੀ ਹੋਈ ਜੋ ਕਾਰ ਹੈ ਉਹਦੇ ਤੇ ਨਜ਼ਰ ਮਾਰੋ ਵੀ ਅੱਜ ਮੈਂ ਸਾਰੇ ਦਿਨ 'ਚ ਕੀ ਕੀਤਾ। ਕਹਿੰਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਤੋਂ ਸਿੱਖ ਆਏ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਕਰੋ, ਸਾਡਾ ਜੀਵਨ ਸਫਲ ਹੋ ਜਾਏ। ਗੁਰੂ ਪਾਤਸ਼ਾਹ ਕਹਿੰਦੇ ਬਈ ਦੱਸੋ ਤੁਸੀਂ ਕੀ ਕਰਦੇ ਹੋ? ਕਹਿੰਦੇ ਜੀ ਅਸੀਂ ਆ ਪਿੰਡ ਦੇ ਚੌਧਰੀ ਨੰਬੜਦਾਰ। ਕਹਿੰਦੇ ਅੱਛਾ,
ਤੁਸੀਂ ਇੱਕ ਕੰਮ ਕਰਿਆ ਕਰੋ ਕਿ ਰੋਜ਼ ਸਵੇਰੇ ਸ਼ਾਮ ਸੰਗਤ ਵਿੱਚ ਆਇਆ ਕਰੋ, ਤੇ ਜਿਤਨੇ ਸਵੇਰ ਤੋਂ ਲੈ ਕੇ ਸ਼ਾਮ ਤੀਕਰ ਝੂਠ ਬੋਲੇ ਹੋਣ ਉਹ ਸੰਗਤ ਵਿੱਚ ਖੜੇ ਹੋ ਕੇ ਦੱਸ ਦਿਆ ਕਰੋ। ਹੁਣ ਇਹ ਕੰਮ ਬੜਾ ਔਖਾ, ਆਪਣੀ ਗਲਤੀ ਤੇ ਕੋਈ ਦੱਸਣ ਲਈ ਤਿਆਰ ਨਹੀਂ ਹੈ। ਖੈਰ, ਉਹਨਾਂ ਨੇ ਗੁਰੂ ਮਹਾਰਾਜ ਦਾ ਬਚਨ ਮੰਨ ਲਿਆ। ਇੱਕ ਦਿਨ 2 ਦਿਨ ਸੰਗਤ ਵਿੱਚ ਖੜੇ ਹੋ ਕੇ ਉਹਨਾਂ ਨੇ ਆਪਣੀ ਝੂਠ ਦੀਆਂ ਗਿਣਤੀਆਂ ਕਰਕੇ ਦੱਸ। ਹੌਲੀ ਹੌਲੀ ਉਹਨਾਂ ਨੂੰ ਲੱਜਾ ਆਉਣ ਲੱਗ ਪਈ ਵੀ ਅਸੀਂ ਬੜੇ ਮੂਰਖ ਹਾਂ, ਝੂਠ ਵੀ ਬੋਲੀ ਜਾਂਦੇ ਹਾਂ, ਦੱਸੀ ਵੀ ਜਾਂਦੇ ਹਾਂ, ਹਟਦੇ ਨਹੀਂ। ਹੌਲੀ ਹੌਲੀ ਉਹਨਾਂ ਦੀ ਆਦਤ ਬਦਲ ਗਈ। ਸੱਚਮੁੱਚ ਇਸੇ ਤਰ੍ਹਾਂ ਜਦੋਂ ਮੈਂ ਜਾਂ ਤੁਸੀਂ ਆਪਣੇ ਬਾਰੇ ਆਪ ਵਿਚਾਰ ਕਰਾਂਗੇ ਤੇ ਸਾਨੂੰ ਆਪਣੀਆਂ ਗਲਤੀਆਂ ਲੱਭ ਜਾਣਗੀਆਂ। ਅਸੀਂ ਕਰਦੇ ਹਾਂ ਦੂਜਿਆਂ ਬਾਰੇ ਵਿਚਾਰ, ਫਲਾਣੇ ਨੇ ਇਹ ਕੀਤਾ, ਫਲਾਣੇ ਨੇ ਇਹ ਕੀਤਾ। ਭਗਤ ਜੀ ਕਹਿੰਦੇ ਨੇ ਜੇ ਤੁਸੀਂ ਇਸ ਘੋੜੇ ਤੇ ਸਵਾਰੀ ਕਰਨੀ, ਆਪਣੇ ਵਿਚਾਰ ਅਸਵਾਰੀ ਕੀਜੈ, ਆਪਣੇ ਅੰਦਰ ਆਪ ਪੜਚੋਲ ਕਰੋ, ਆਪਣੇ ਕੀਤੇ ਹੋਏ ਕੰਮਾਂ ਤੇ ਆਪ ਪੜਚੋਲਵੀਂ ਨਜ਼ਰ ਕਰੋ, ਜਿਹਨੂੰ ਕਹਿੰਦੇ ਨੇ ਆਪਣੀ ਪੀੜ੍ਹੀ ਹੇਠ ਆਪ ਸੋਟਾ ਫੇਰੋ। ਪਰ ਇਹ ਕਰਨ ਵਾਸਤੇ ਸਹਿਜ ਕੈ ਪਾਵੜੈ ਪੱਗ ਧਰ ਲੀਜੈ, ਇਹ ਕੰਮ ਬੜੇ ਸਹਿਜ ਦਾ। ਬੰਦਾ ਡਿੱਗ ਪੈਂਦਾ, ਜਿਹੜਾ ਘੋੜੇ ਤੇ ਸਵਾਰ ਹੁੰਦਾ ਉਹ ਆਪਣੇ ਆਪ ਨੂੰ ਕਾਬੂ ਕਰਨ ਲਈ 2 ਰਕਾਬਾਂ ਹੁੰਦੀਆਂ ਨੇ, ਜਿਹਨੂੰ ਪਾਵੜਾ ਵੀ ਕਹਿੰਦੇ ਨੇ, ਉਹਦੇ ਵਿੱਚ ਆਪਣੇ ਪੈਰ ਪਸਾ ਲੈਂਦਾ, ਸਿਰਫ ਇਸ ਲਈ ਕਿ ਮੈਂ ਘੋੜੇ ਤੋਂ ਡਿੱਗ ਨਾ ਪਾਵਾਂ। ਆਖਿਆ ਇਸੇ ਤਰ੍ਹਾਂ ਸਹਿਜ ਕੈ ਪਾਵੜੈ ਪੱਗ ਧਰ ਲੀਜੈ, ਉਹ ਜਿਹੜੇ ਪਾਵੜੇ ਹਨ ਪੈਰ ਟਿਕਾਉਣ ਦੀ ਜਗ੍ਹਾ ਉਹ ਬਣਾਓ ਸਹਿਜ। ਸਹਿਜ ਨਾਲ ਜਦੋਂ ਅਸੀਂ ਕਿਸੇ ਔਖੇ ਤੋਂ ਔਖੇ ਮਸਲੇ ਨੂੰ ਵਿਚਾਰਦੇ ਉਹ ਸਮਝ ਆ ਜਾਂਦਾ। ਪਰ ਜਿਹੜੇ ਬੰਦੇ ਗੁੱਸੇ ਵਿੱਚ ਹੁੰਦੇ ਨੇ, ਬੋਲ ਵਿਗਾੜ ਹੁੰਦੇ ਨੇ, ਕਿਸੇ ਦੀ ਗੱਲ ਸੁਣ ਕੇ ਨਹੀਂ ਬਰਦਾਸ਼ਤ ਕਰਦੇ, ਉਹ ਫਸ ਜਾਂਦੇ। ਲਓ, ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਨੇ ਆਪਣੇ ਵਿਚਾਰ, ਆਪਣੇ ਆਪ ਨੂੰ ਵਿਚਾਰਨ ਦੀ, ਆਪਣੇ ਸਰੂਪ ਦੀ ਲਖਤਾ ਕਰਨੀ, ਇਸ ਘੋੜੇ ਤੇ ਅਸਵਾਰ ਹੋਣਾ ਕਰੋ। ਆਪਣੇ ਵਿਚਾਰ ਅਸਵਾਰੀ ਕੀਜੈ ਸਹਿਜ ਕੈ ਪਾਵੜੈ ਪੱਗ ਧਰ ਲੀਜੈ, ਕਦੇ ਕਾਹਲੇ ਨਾ ਪਾਓ। ਅਗਲੇ ਦੀ ਗੱਲ ਸੁਣੋ, ਸੁਣਨ ਦੇ ਨਾਲ ਤੁਹਾਨੂੰ ਤੇ ਮੈਨੂੰ ਸਮਝ ਆ ਜਾਏ। ਸੁਣਨ ਦੇ ਨਾਲ ਦੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੁਣਨ ਦੀ ਬੜੀ ਮਹਿਮਾ ਰੱਖੀ। ਸੁਣਿਆ ਸਿੱਧ ਪੀਰ ਸੁਰਨਾ, ਸੁਣਿਆ ਧਰ ਤਵਲੇ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋ ਨਾ ਸਕੇ ਕਾ। ਸੁਣਨ ਨਾਲ ਕਿੰਨਾ ਕੁਝ ਪ੍ਰਾਪਤ ਹੋ ਜਾਂਦਾ। ਤੋ ਇਹ ਹੈ ਸ਼ਬਦ ਦੀ ਰਹਾਉ ਦੀ ਪੰਗਤ। ਆਪਣੇ ਆਪ ਦੀ ਵਿਚਾਰ ਕਰਨ ਰੂਪੀ ਅਸਵਾਰੀ ਕਰੋ ਔਰ ਸਹਿਜ ਕੈ ਪਾਵੜੈ, ਅਡੋਲਤਾ ਵਿੱਚ ਟਿਕ ਕੇ ਵਿਚਾਰ ਕਰਨ ਦੀ ਆਦਤ ਪਾਓ। ਦੇ ਮੁਹਾਰ ਲਗਾਮ ਪਹਿਰਾਵੋ, ਫਿਰ ਘੋੜੇ ਨੂੰ ਕਾਬੂ ਵਿੱਚ ਰੱਖਣ ਵਾਸਤੇ ਉਹਦੇ ਮੂੰਹ ਵਿੱਚ ਮੁਹਾਰ ਪਾਈ ਜਾਂਦੀ। ਇਹਨੂੰ ਕੜਿਆਲਾ ਵੀ ਕਹਿੰਦੇ ਨੇ ਤੇ ਇਹਨੂੰ ਲਗਾਮ ਵੀ ਕਹਿੰਦੇ ਨੇ। ਇਹ ਸਾਰਾ ਇੱਕ ਸਾਜੋ ਸਮਾਨ ਹੁੰਦਾ ਜਿਹੜਾ ਅਸਵਾਰੀ ਕਰਨ ਤੋਂ ਪਹਿਲਾਂ ਘੋੜੇ ਨੂੰ ਕੱਸਿਆ ਜਾਂਦਾ, ਤਿਆਰ ਕੀਤਾ ਜਾਂਦਾ। ਆਖਿਆ ਦੇ ਮੁਹਾਰ ਲਗਾਮ ਪਹਿਰਾਵੋ, ਇਹ ਕਿਉਂ ਪਾਇਆ ਜਾਂਦਾ? ਕਿਉਂਕਿ ਉਸ ਦੀ ਸਪੀਡ ਨੂੰ ਕੰਟਰੋਲ ਕਰਨਾ ਪੈਂਦਾ। ਭਗਤ ਜੀ ਕਹਿੰਦੇ ਨੇ ਇਸ ਆਪਣੇ ਘੋੜੇ ਦੇ ਮੂੰਹ ਵਿੱਚ ਲਗਾਮ ਪਾਉਣੀ, ਉਸਤਤ ਨਿੰਦਾ ਕਰਨ ਦੀ ਆਦਤ ਨੂੰ ਛੱਡਣਾ।
क्योंकि जिन्होंने ये चस्का पै जाता वो तो रुकते ही नहीं, पर जिन्होंने अपने आप ते कंट्रोल किया होंदा वो कहते ना भाई। साडे गुरु ने कहा निंदा भली किसे की नाही, मनमुख मुग्ध करन, मोह काले तिन निंदका, नरके घोर पवन, दे मुहार लगाम पैरावो, सगल तजीन गगन दोहरावो। सारिਆਂ ਵਿੱਚ ਇੱਕ परमात्मा ਦੀ ਜੋਤ ਦੇਖਣੀ, ਇਹ ਦੌੜ ਲਾਉਣੀ ਹੈ। ਇਹ ਉੱਚੇ ਅਸਮਾਨ ਵਿੱਚ ਅਸਵਾਰੀਆਂ ਕਰਨੀ, ਦੌੜ ਲਾਉਣੀ। ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੈ ਪਾਮੜੈ ਪੱਗ ਧਰ ਲੀਜੈ। ਪਰ ਇਹ ਕੰਮ ਹੈ ਬੜਾ ਸਹਿਜ ਦਾ, ਇਹ ਕਾਲੇਪਨ ਨਾਲ ਨਹੀਂ ਹੁੰਦਾ। ਜਿਹੜੇ ਕਾਲੇ ਬੰਦੇ ਨੇ ਉਹ ਕਦੇ ਸੋਚ ਨਹੀਂ ਕਰਦੇ, ਉਹ ਤਾਂ ਗੁੱਸੇ ਵਿੱਚ ਆ ਕੇ ਜਾਂ ਸਿਰ ਪਾੜ ਦਿੰਦੇ ਨੇ ਜਾਂ ਪੜਵਾ ਲੈਂਦੇ ਨੇ। ਪਰ ਭਗਤ ਜੀ ਆਂਦੇ ਨੇ ਨਹੀਂ, ਚੱਲ ਰੇ ਬੈਕੁੰਠ ਤੁਝੈ ਲੈ ਤਾਰੂ। ਇਸ ਮਨ ਨੂੰ ਹਰ ਵੇਲੇ ਸਮਝਾਉਣਾ, ਹੇ ਮਨਾ ਆ ਤੈਨੂੰ ਬੈਕੁੰਠ ਦੀਆਂ ਤਾਰੀਆਂ ਲਵਾਵਾਂ, ਆ ਤੈਨੂੰ ਸਵਰਗ ਦੇ ਨਜ਼ਾਰੇ ਦਿਖਾਵਾਂ। ਚੱਲ ਰੇ ਬੈਕੁੰਠ ਤੁਝੈ ਲੈ ਤਾਰੂ, ਹਿਚੈ ਤਾਂ ਪ੍ਰੇਮ ਕੇ ਚਾਬੁਕ ਮਾਰੂ। ਹਿਚੈ ਦਾ ਮਤਲਬ ਜੇ ਤੂੰ ਹਿਚਕਚਾਹਟ ਕਰੇ, ਜੇ ਤੂੰ ਰੁਕੇ ਵੀ ਮੈਂ ਨਹੀਂ ਜਾਣਾ, ਕਿਉਂਕਿ ਮਨ ਦਾ ਸੁਭਾਵ ਹੈ ਗੱਪਾਂ ਮਾਰਨੀਆਂ ਹੁਣ ਭਾਵੇਂ ਕਿੰਨੇ ਘੰਟੇ ਬੈਠੇ ਰਹਿਣ। ਕੋਈ ਪ੍ਰਾਹੁਣਾ ਆ ਜਾਏ, ਕੋਈ ਖਾਣ ਪੀਣ ਵਾਲਾ ਆ ਜਾਏ, ਅੱਧੀ ਅੱਧੀ ਰਾਤ ਤੱਕ ਬੈਠੇ ਰਹਿਣ। ਪਰ ਜੇ ਕਿਤੇ ਸਤਸੰਗ ਵਿੱਚ ਬਹਿਣਾ ਪੈ ਜਾ, ਮੇਰੇ ਤਾਂ ਜੀ ਗੋਡੇ ਦੁਖਦੇ ਨੇ, ਮੇਰਾ ਲੱਕ ਦੁਖਦਾ। ਹਿਚੈ ਤਾਂ ਪ੍ਰੇਮ ਕੇ ਚਾਬੁਕ ਮਾਰੂ। ਜੇ ਤੂੰ ਹਿਚਕਚਾਹਟ ਕਰੇ, ਜੇ ਤੂੰ ਜਿੱਦ ਪਾਵੇਂ ਵੀ ਮੈਂ ਨਹੀਂ ਤੁਰਦਾ, ਫਿਰ ਤੈਨੂੰ ਮੈਂ ਪ੍ਰੇਮ ਦੇ ਚਾਬੁਕ ਵੀ ਮਾਰਾਂ। ਕਿਸ ਤਰ੍ਹਾਂ ਭਗਤ ਜੀ ਨੇ ਆਪਣੇ ਜੀਵਨ ਨੂੰ ਸਵਾਰਨ ਲਈ, ਇਸੇ ਲਈ ਫਰੀਦ ਜੀ ਨੇ ਕਿਹਾ। ਫਰੀਦ ਜੀ ਕਹਿੰਦੇ ਲੋਕਾਂ ਦਾ ਫਿਕਰ ਕਰੀ ਜਾਂਦੇ। ਮੇਰਾ ਖੁਦਾ ਮੇਰੇ ਕੰਨ 'ਚ ਕਹਿ ਗਿਆ, ਫਰੀਦਿਆ ਆਪ ਸਵਾਰੈ ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਆਖਿਆ ਤੂੰ ਲੋਕਾਂ ਦਾ ਫਿਕਰ ਨਾ ਕਰਿਆ ਕਰ, ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ। ਆਪਣੇ ਆਪ ਨੂੰ ਸਵਾਰਨ ਦਾ ਮਤਲਬ ਆਪਣੀਆਂ ਗਲਤੀਆਂ ਕੱਢਿਆ ਕਰ, ਆਪਣੀਆਂ ਕਮਜ਼ੋਰੀਆਂ ਦੇਖਿਆ ਕਰ। ਮੈਂ ਪੜ੍ਹ ਰਿਹਾ ਸੀ ਸ਼੍ਰੀ ਕ੍ਰਿਸ਼ਨ ਜੀ ਨੇ ਜਾਂ ਦਰੋਣਾਚਾਰਜ ਨੇ ਚੰਗੀ ਮੱਤ ਦੇਣ ਵਾਸਤੇ ਆਪਣੇ ਵਿਦਿਆਰਥੀਆਂ ਨੂੰ ਇੱਕ ਦਿਨ ਸਿੱਖਿਆ ਦਿੱਤੀ, ਕਿਉਂਕਿ ਜਿਤਨੇ ਇਹ ਸਨ ਕੈਰੋਂ ਪਾਂਡੋ ਜਿਨ੍ਹਾਂ ਨੂੰ ਕਿਹਾ ਜਾਂਦਾ, ਇਹ ਗੁਰੂ ਦਰੋਣਾਚਾਰਜ ਦੇ ਕੋਲ ਪੜ੍ਹਦੇ ਸਨ। ਕਈ ਇਤਿਹਾਸਕਾਰਾਂ ਨੇ ਲਿਖਿਆ ਸ਼੍ਰੀ ਕ੍ਰਿਸ਼ਨ ਜੀ ਨੇ, ਚਲੋ ਆਪਾਂ ਇਸ ਬਹਿਸ ਵਿੱਚ ਨਹੀਂ ਪੈਂਦੇ, ਅਸੀਂ ਤਾਂ ਉਹ ਤੋਂ ਸਿੱਖਿਆ ਲੈਣੀ। ਕਹਿੰਦੇ ਦੁਰਯੋਧਨ ਨੂੰ ਕਿਹਾ ਵੀ ਤੂੰ ਇੱਕ ਰਜਿਸਟਰ ਲੈ ਜਾ, ਇੱਕ ਪੈਨ ਲੈ ਜਾ, ਤੇ ਸਾਰੇ ਸੰਸਾਰ ਦੇ ਅੰਦਰ ਜਾਂ ਸਾਰੇ ਸ਼ਹਿਰ ਦੇ ਅੰਦਰ ਕਿਸੇ ਭਰੇ ਆਦਮੀ ਦਾ ਨਾਮ ਲਿਖ ਕੇ ਲਿਆ। ਉਹ ਸਾਰਾ ਦਿਨ ਫਿਰਦਾ ਰਿਹਾ ਤੇ ਸ਼ਾਮ ਨੂੰ ਖਾਲੀ ਲੈ ਕੇ ਰਜਿਸਟਰ ਆ ਗਏ। ਕੀ ਇਹ ਗੱਲ ਭਾਈ? ਆਂਦਾ ਜੀ ਮੈਨੂੰ ਕੋਈ ਚੰਗਾ ਨਜ਼ਰ ਹੀ ਨਹੀਂ ਆਇਆ। ਦੂਜੇ ਦਿਨ ਯੁਧਿਸ਼ਠਰ ਨੂੰ ਕਿਹਾ, ਉਹ ਵੀ ਗਿਆ, ਉਹ ਵੀ ਖਾਲੀ ਆ ਗਿਆ। ਕਹਿੰਦੇ ਕੀ ਗੱਲ ਭਾਈ? ਕਹਿੰਦੇ ਮੈਨੂੰ ਬੁਰਾ ਹੀ ਨਜ਼ਰ ਨਹੀਂ ਕੋਈ ਆਇਆ। ਗੱਲ ਤਾਂ ਸਮਝਣ ਦੀ ਲੋੜ ਹੈ। ਅਸੀਂ ਦੂਜਿਆਂ ਦੀਆਂ ਗਲਤੀਆਂ ਲੱਭ ਰਹੇ, ਜਿਹੜੇ ਆਪ ਚੰਗੇ ਹੁੰਦੇ ਨੇ ਉਹਨਾਂ ਨੂੰ ਸਭ ਚੰਗੇ ਹੀ ਨਜ਼ਰ ਆਉਂਦੇ। ਜਿਨ੍ਹਾਂ ਦੀ ਆਪਣੀ ਐਨਕ ਕਾਲੀ ਲੱਗੀ ਹੋਵੇ ਉਹ ਸਭ ਨੂੰ ਉਵੇਂ ਹੀ ਦੇਖਦੇ। ਤੋ ਭਗਤ ਜੀ ਕਹਿੰਦੇ ਨੇ ਇਸ ਮਨ ਨੂੰ ਚੰਗੇ ਪਾਸੇ ਲਾਉਣ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਆਪਣੇ ਅੰਦਰ ਵਿਚਾਰ ਕਰੋ,
अपने विचार असवारी कीजै, सहज कै पावड़ै पग धर लीजै। क्योंकि दास अदना जिहा गुरु घर का प्रचारक है। मैं गिण के नहीं दस सकता भी किन्ने क गुरमुख ਜਿਹੜੇ ਦਾਸ ਦੀ ਪ੍ਰੇਰਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰਨ ਲੱਗ ਪਏ। ਅੱਜ ਹੋਰ ਕੱਲ ਹੋਰ। ਅੱਜ ਉਹ ਆਪ ਹੀ ਕਹਿੰਦੇ ਨੇ ਸਾਡਾ ਜੀਵਨ ਬਦਲ ਗਿਆ। ਭਾਈ ਇਹ ਕਰਾਮਾਤ ਹੈ ਬਾਣੀ ਦੀ। ਜਿਹੜਾ ਬਾਣੀ ਨਾਲ ਜੁੜੇਗਾ ਉਹਦਾ ਜੀਵਨ ਬਦਲ ਜਾਏਗਾ। ਮੈਂ ਕਿਸੇ ਦੀ ਲਿਸਟ ਨਹੀਂ ਬਣਾਈ ਹੋਈ, ਨਾ ਮੈਂ ਕਿਸੇ ਦੇ ਨਾਮਾਂ ਦਾ ਕੋਈ ਪ੍ਰਚਾਰ ਕਰਦਾ, ਪਰ ਮੈਂ ਇਹ ਸਮਝਦਾ ਕਿ ਜਿਹੜਾ ਗੁਰਬਾਣੀ ਦੀ ਸਿੱਖਿਆ ਅਨੁਸਾਰ ਚੱਲੇਗਾ ਉਹਦਾ ਜੀਵਨ ਬਦਲੇਗਾ। ਕਿਉਂਕਿ ਗੁਰਬਾਣੀ ਪਾਰਸ ਹੈ। ਧੰਨ ਗੁਰੂ ਰਾਮਦਾਸ ਜੀ ਆਪ ਫਰਮਾਉਂਦੇ ਨੇ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਗੁਰੂ ਪਾਰਸ ਅਸੀਂ ਲੋਹੇ ਵਰਗੇ ਹਾਂ। ਜਿਹੜਾ ਬਾਣੀ ਰੂਪੀ ਪਾਰਸ ਨਾਲ ਛੂਹੇਗਾ ਉਹਦਾ ਜੀਵਨ ਬਦਲੇ। ਪਰ ਅਸੀਂ ਇਹ ਰਸਤਾ ਛੱਡ ਬੈਠੇ, ਨਾ ਰਸਤਾ ਠੀਕ ਫੜਨ ਕਰਕੇ ਅਸੀਂ ਭੌਜਲ 'ਚ ਫਸ ਗਏ। ਪਰ ਭਗਤ ਜੀ ਕਹਿੰਦੇ ਨੇ ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੈ ਪਾਵੜੈ ਪਗ ਧਰ ਲੀਜੈ। ਰਹਾਓ ਦੇ ਮੁਹਾਰ ਲਗਾਮ ਪਹਿਰਾਵੋ, ਸਗਲ ਤਜੀਨ ਗਗਨ ਦੋਹਰਾਵੋ। ਸਾਰੀ ਜਗ੍ਹਾ ਪਰਮਾਤਮਾ ਨੂੰ ਸਰਵ ਵਿਆਪਕ ਦੇਖੋ, ਇਹ ਦੌੜ ਲਾਓ ਤੇ ਚੱਲ ਰਹੇ ਬੈਕੁੰਠ ਤੁਝੈ ਲੈ ਤਾਰੋ। ਮਨ ਨੂੰ ਹਰ ਵੇਲੇ ਸਮਝਾਓ, ਮਨਾ ਚੱਲ ਤੈਨੂੰ ਬੈਕੁੰਠ ਦੀਆਂ ਤਾਰੀਆਂ ਲਵਾਵਾਂ। ਹਿਚੈ ਤਾਂ ਪ੍ਰੇਮ ਕੈ ਚਾਬ ਕੋ ਮਾਰੂ। ਜੇ ਤੂੰ ਹਿਚਕਚਾਹਟ ਕਰੇ, ਤੂੰ ਨਾ ਨੁਕਰ ਕਰੇ, ਤੈਨੂੰ ਪ੍ਰੇਮ ਦੇ ਚਾਬਕ ਵੀ ਮਾਰਾਂਗਾ। ਕਹਿਤ ਕਬੀਰ ਭਲੇ ਅਸਵਾਰਾ। ਕਬੀਰ ਜੀ ਕਹਿੰਦੇ ਨੇ ਉਹ ਸਵਾਰ ਭਲੇ ਹਨ, ਕਾਮਯਾਬ ਹਨ, ਸਫਲ ਹਨ। ਵੇਦ ਕਤੇਬ ਤੇ ਰਹੇ ਨਿਰਾਰਾ। ਜਿਹੜੇ ਇਹਨਾਂ ਵੇਦਾਂ ਕਤੇਬਾਂ ਦੇ ਪਾਏ ਹੋਏ ਭਰਮਾਂ ਤੋਂ ਵੱਖਰੇ ਹੋ ਗਏ ਨੇ, ਜਿਨ੍ਹਾਂ ਨੇ ਪਰਮਾਤਮਾ ਦੇ ਪਿਆਰ ਦਾ ਰਸਤਾ ਫੜ ਲਿਆ। ਇਸੇ ਲਈ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਵਰਜਿਆ, ਆਖਿਆ ਕਰਮ ਕਾਂਡਾਂ ਵਿੱਚ ਨਾ ਫਸੋ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ, ਬੈਠ ਰਹੇ ਹੋ ਬਕ ਧਿਆਨ ਲਗਾਇਓ। ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। बास कियो बिख्यान तो बैठ के, ऐसे ही ऐसे तो बैत बितायो। साच कहो सुन ले हो सब है, जिन प्रेम कियो तिन ही प्रभ पायो। कहत कबीर भले असवारा, वेद कतेब ते रहे निरारा। ਜਿਹੜੇ ਇਹਨਾਂ ਦੇ ਪਾਏ ਹੋਏ ਭਰਮਾਂ ਵਿੱਚ ਨਹੀਂ ਫਸੇ, ਜਿਹੜੇ ਇਹਨਾਂ ਜ਼ਾਤਾਂ ਪਾਤਾਂ ਵਿੱਚ ਨਹੀਂ ਫਸੇ, ਜਿਹੜੇ ਊਚ ਨੀਚ ਤੋਂ ਉੱਚੇ ਉੱਠ ਕੇ ਜਿਨ੍ਹਾਂ ਨੇ ਇਹ ਗੱਲ ਦ੍ਰਿੜ ਕਰ ਲਈ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਤੇ ਉਸ ਇੱਕ ਨਾਲ ਜੁੜ ਕੇ ਸਾਰਿਆਂ ਨਾਲ ਪਿਆਰ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ